ऑडियो कहानी अद्धी छुट्टी सारी। आवाज जावेद तैमूरी। छोटे नीले रंग दा वड्डा पेचकस किथे रखिया है? ले आया उस्ताद जी। छोटे इधर आ, एचटी गड्डी ते टाकी मार। अच्छा भा जी। छोटे किथे मर गया है? आ जरा इधर आ। आया छोटे उस्ताद जी। एक ते छोटा नजर नहीं आउंदा। छोटे ओ छोटे। जी बाऊ जी, मैं इत्थे हाँ काली गड्डी दे थल्ले। छोटा सवेर तो शाम तोड़ी इन्हां आवाजां नूं सुनदा ते नसदा भजदा रहिंदा सी। छोटे दा असली नां ते जमील सी, पर जदों दा ओह इस वर्कशाप विच आया सी उदों दा आपों भी अपना पक्का नां भुल गया सी। ਉਹਨੂੰ ਐਵੇਂ ਜਾਪਦਾ ਸੀ ਪਈ ਜਿਵੇਂ ਉਹਦੇ ਮਾਂ-ਪਿਓ ਨੇ ਹੀ ਹੋਰੇ ਉਹਦਾ ਨਾਂ ਛੋਟਾ ਰੱਖ ਦਿੱਤਾ ਹੋਵੇ। ਲਾਹੌਰ ਸ਼ਹਿਰ ਵਿੱਚ ਇੱਕ ਪਾਸੇ ਤੇ ਵੱਡੀਆਂ-ਵੱਡੀਆਂ ਤੇ ਸੋਹਣੀਆਂ-ਸੋਹਣੀਆਂ ਬਿਲਡਿੰਗਾਂ ਨੇ ਜਿਨ੍ਹਾਂ ਨੂੰ ਪੂਰਾ ਵੇਖਣ ਲੱਗੀਏ ਤੇ ਟੋਪੀ ਡਿੱਗ ਪਵੇ। ਦੂਜੇ ਪਾਸੇ ਇਹੋ ਜਿਹੇ ਕਈ ਮਹੱਲੇ ਸ਼ਹਿਰ ਵਿੱਚ ਜੜੀ ਬੂਟੀਆਂ ਵਾਂਗ ਖਿਲਰੇ ਹੋਏ ਨੇ ਜਿਨ੍ਹਾਂ ਨੂੰ ਵੱਡੇ ਲੋਕੀ ਕੱਚੀ ਬਾਦੀਆਂ ਆਖਦੇ ਨੇ। ਉਹਨਾਂ ਬਸਤੀਆਂ ਵਿੱਚ ਰਹਿਣ ਵਾਲੇ ਵਸਨੀਕਾਂ ਨਾਲ ਕਈ ਵਾਰੀ ਮਾਲਕਾਨਾ ਹਕੂਕ ਦਾ ਤਰੋਹ ਕਰਕੇ ਕਈ ਉੱਚੇ ਲੋਕ ਚੋਣਾਂ ਜਿੱਤਦੇ ਰਹੇ ਨੇ। ਇਹਨਾਂ ਮਹੱਲਿਆਂ ਵਿੱਚ ਰਹਿਣ ਵਾਲੇ ਵਾਸੀਆਂ ਨੂੰ ਹਰ ਵੇਲੇ ਇਹੋ ਡਰ ਲੱਗਾ ਰਹਿੰਦਾ ਏ ਭਈ ਉਹਨਾਂ ਨੂੰ ਜੇਕਰ ਘਰੋਂ ਕੱਢ ਦਿੱਤਾ ਤੇ ਫਿਰ ਉਹ ਕਿੱਥੇ ਜਾਵਣਗੇ। ਛੋਟੇ ਦਾ ਘਰ ਇਹਨਾਂ ਮਹੱਲਿਆਂ ਵਿੱਚੋਂ ਹੀ ਇੱਕ ਮਹੱਲੇ ਨਸੀਰ ਦੀ ਹੱਟੀ ਵਿੱਚ ਸੀ। ਇਹ ਪੂਰੀ ਬਸਤੀ ਉਹਨਾਂ ਲੋਕਾਂ ਨੇ ਆਬਾਦ ਕੀਤੀ ਸੀ ਜਿਹੜੇ ਪਾਕਿਸਤਾਨ ਬਣਨ ਵੇਲੇ ਹਿੰਦੁਸਤਾਨ ਤੋਂ ਤੇ ਆ ਗਏ ਸਨ, ਪਰ ਉਹਨਾਂ ਨੂੰ ਸਰ ਛੁਪਾਉਣ ਲਈ ਚੰਗੇ ਘਰ ਨਾ ਲੱਭ ਸਕੇ ਸੀ। ਉਹਨਾਂ ਦੇ ਅਲਾਟ ਕੀਤੇ ਘਰ ਦੂਜੇ ਲੋਕਾਂ ਨੂੰ ਮਿਲ ਗਏ ਸਨ। ਛੋਟੇ ਦੇ ਘਰ ਜਾਵਣ ਲਈ 2-3 ਤੰਗ ਗਲੀਆਂ ਵਿੱਚੋਂ ਲੰਘਣਾ ਪੈਂਦਾ ਏ, ਕਈ ਤੇ ਨਾਲੀਆਂ ਟੱਪਣੀਆਂ ਪੈਂਦੀਆਂ ਨੇ ਤੇ ਫਿਰ ਕਿਧਰੇ ਜਾ ਕੇ ਘਰ ਦਾ ਬੂਹਾ ਨਜ਼ਰੀ ਆਉਂਦਾ ਏ। ਬੂਹੇ ਦਾ ਰੰਗ ਕਸਮੈਲਾ ਹਰਾ ਏ। ਰੰਗ ਖੋਰੇ ਵਰਿਆਂ ਪਹਿਲੋਂ ਹੋਇਆ ਸੀ ਜਦੋਂ ਇਹ ਬੂਹਾ ਨਵਾਂ ਲੱਗਾ ਹੋਣਾ ਏ। ਇਹ ਘਰ 2 ਕਮਰਿਆਂ ਦਾ ਇੱਕ ਨਿੱਕਾ ਜਿਹਾ ਮਕਾਨ ਸੀ। ਇੱਕ ਕਮਰਾ ਤੇ ਸੌਣ ਬਹਿਣ ਉੱਠਣ ਬੈਠਣ ਲਈ ਸੀ, ਦੂਜਾ ਰੋਟੀ ਪਕਾਉਣ ਲਈ ਬਾਵਰਚੀ ਖਾਨਾ ਵੀ ਤੇ ਨਹਾਉਣ ਲਈ ਗੁਸਲਖਾਨਾ ਵੀ ਸੀ। ਬਸ ਇੱਕ ਟਾੜ ਦੇ ਛੋਟੇ ਟੋਟੇ ਨਾਲ ਹੀ ਫਰਕ ਪਾਉਣ ਦਾ ਚਾਰਾ ਕੀਤਾ ਗਿਆ ਸੀ ਭਈ ਇਹ ਕਮਰਾ ਗੁਸਲਖਾਨਾ ਵੀ ਹੈ ਤੇ ਬਾਵਰਚੀ ਖਾਨਾ ਵੀ। ਸੌਣ ਭਾਦਰੋਂ ਦੇ ਮਹੀਨਿਆਂ ਵਿੱਚ ਕੋਠੇ ਚੋਣ ਲੱਗ ਜਾਂਦੇ ਸਨ ਤੇ ਫਿਰ ਘਰ ਦੇ ਸਾਰੇ ਹੀ ਜੀ ਮਿਲ ਕੇ ਕੋਠੇ ਲਿੰਮਦੇ ਸਨ। ਘਰ ਕਹਿਣ ਨੂੰ ਤੇ ਪੱਕਾ ਬਣਿਆ ਹੋਇਆ ਸੀ, ਪਰ ਇੰਜ ਦਾ ਪੱਕਾ ਸੀ ਪਈ ਪਲਸਤਰ ਕਈ ਵਰਿਆਂ ਤੋਂ ਉਖੜਿਆ ਹੋਇਆ, ਸਫੈਦੀ ਕਦੇ ਵੀ ਨਹੀਂ ਸੀ ਹੋਈ। ਇੱਟਾਂ ਕੁਝ ਉਖੜੀਆਂ ਤੇ ਕੁਝ ਨਿਕਲਣ ਵਾਲੀਆਂ ਸਨ। ਛੱਤ ਛਤੀਰੀ ਨਾਲ ਖਲਾਰੀ ਹੋਈ ਸੀ। ਪਰੌਣੇ ਜੇਕਰ ਭੁੱਲ ਕੇ ਆ ਜਾਂਦੇ ਤੇ ਉਹਨਾਂ ਨੂੰ ਬਿਠਾਉਣ ਦੀ ਕਿਧਰੇ ਥਾਂ ਨਾ ਲੱਭਦੀ ਸੀ। ਛੋਟੇ ਦਾ ਪਿਓ ਇੱਕ ਦੁਕਾਨ ਤੇ ਕੰਮ ਕਰਦਾ ਸੀ ਜਿੱਥੇ ਖਾਦ ਵੇਚੀ ਜਾਂਦੀ ਸੀ। ਘਰ ਦਾ ਖਰਚ ਕਿਸੇ ਨਾ ਕਿਸੇ ਤਰ੍ਹਾਂ ਚਲਾਉਂਦਾ ਹੀ ਰਿਹਾ। ਉਹਦੇ ਕੰਮ ਕਰਦਿਆਂ ਘਰ ਵਿੱਚ ਕਦੀ ਕੋਈ ਔਕੜ ਨਹੀਂ ਸੀ ਆਈ। ਪਿਛਲੇ ਸਾਲ ਆਪਣੀਆਂ ਲੱਤਾਂ ਟੁੱਟਣ ਬਾਝੋਂ ਮੰਜੀ ਤੇ ਪਿਆ ਹੋਇਆ ਸੀ। ਇੱਕ ਵੱਡਾ ਪੁੱਤਰ ਸੀ ਤੇ ਉਹ ਸੋਹਣੇ ਸੋਹਣੇ ਬੋਦੇ ਵਾਹ ਲੈਂਦਾ ਤੇ ਫਿਲਮਾਂ ਬਣਾਉਣ ਵਾਲੇ ਲੋਕਾਂ ਪਿੱਛੇ ਚੱਕਰ ਲਾਉਂਦਾ ਰਹਿੰਦਾ। ਉਹਨੂੰ ਐਕਟਰ ਬਣਨ ਦਾ ਡਾਢਾ ਚਾਅ ਸੀ। ਐਕਟਰ ਬਣਨ ਲਈ ਉਹ ਸਾਰੀ ਦਿਹਾੜੀ ਸਟੂਡੀਓ ਦੇ ਅੱਗੇ ਪਿੱਛੇ ਅਵਾਰਾਗਰਦੀ ਕਰਦਾ ਤੇ ਰਾਤੀ ਮਾਂ ਪਿਓ ਕੋਲੋਂ ਰੱਜ ਕੇ ਕੁੱਟ ਵੀ ਖਾਂਦਾ ਸੀ। ਮਾਂ ਲੋਕਾਂ ਦੇ ਘਰ ਭਾਂਡੇ ਮਾਂਜਣ ਜਾਂਦੀ। ਉਹ ਮਾਂ ਜਿਹਨੇ ਕਦੀ ਕੰਮ ਕਾਜ ਲਈ ਘਰ ਦਾ ਬੂਹਾ ਨਹੀਂ ਸੀ ਟੱਪਿਆ, ਜਮੀਲ ਦੇ ਪਿਓ ਦੇ ਲੱਤਾਂ ਟੁੱਟਣ ਬਾਝੋਂ ਉਹਨੂੰ ਘਰੋਂ ਬਾਹਰ ਨਿਕਲ ਕੇ ਲੋਕਾਂ ਦੇ ਝੂਠੇ ਭਾਂਡੇ ਮਾਂਜਣੇ ਪਏ ਸਨ। ਇੱਕ ਵੱਡੀ ਭੈਣ ਸੀ ਜਿਹੜੀ ਘਰ ਬਹਿ ਕੇ ਥੋੜੀ ਬਹੁਤੀ ਸਿਲਾਈ ਕਢਾਈ ਕਰਦੀ ਸੀ ਤਾਂ ਕਿਧਰੇ ਜਾ ਕੇ ਘਰ ਦਾ ਅੰਨ ਪਾਣੀ ਚੱਲ ਰਿਹਾ ਸੀ। ਜਮੀਲ ਜੰਮਿਆ ਤੇ ਉਹਦੇ ਘਰ ਵਿੱਚ ਕੋਈ ਚਾਹ ਨਾ ਚੜਿਆ, ਕੋਈ ਖੁਸਰੇ ਨਾ ਨੱਚੇ, ਕੋਈ ਗਾਨੇ ਬੂਏ ਨਾ ਬੰਨੇ ਗਏ। ਇਸ ਤੋਂ ਅੱਡ ਇੰਜ ਜਾਪਦਾ ਸੀ ਕਿ ਘਰ ਦੇ ਸਾਰੇ ਹੀ ਜੀ ਇੱਕ ਦੂਜੇ ਕੋਲੋਂ ਰੁੱਸ ਗਏ ਨੇ। ਘਰ ਦਾ ਅੰਨ ਪਾਣੀ ਅੱਗੋਂ ਹੀ ਬੜੀ ਮੁਸ਼ਕਲਾਂ ਨਾਲ ਚੱਲ ਰਿਹਾ ਸੀ ਤੇ ਇਹ ਕੀ ਇੱਕ ਹੋਰ ਜੀ ਇਹ ਖਾਣ ਨੂੰ ਵੀ ਮੰਗੇਗਾ, ਪਾਣ ਨੂੰ ਵੀ ਮੰਗੇਗਾ। ਸਬਰ ਸ਼ੁਕਰ ਕੀਤਾ ਕਿਉਂ ਜੇ ਸਬਰ ਸ਼ੁਕਰ ਹੀ ਉਹ ਕਰ ਸਕਦੇ ਸਨ। ਮਾਂ ਧੀ ਆਪਣੇ ਅੰਨ ਪਾਣੀ ਦਾ ਖਰਚਾ ਘਟਾ ਕੇ ਜਮੀਲ ਨੂੰ ਦੁੱਧ ਪਿਆਵਣ ਦਾ ਚਾਰਾ ਕੀਤਾ। ਵੇਲਾ ਹੌਲੀ ਹੌਲੀ ਲੰਘਣ ਲੱਗ ਪਿਆ। ਜਮੀਲ ਨੇ ਮਾਂ ਪਿਓ ਆਖਣਾ ਸਿੱਖਿਆ ਤੇ ਉਹਨਾਂ ਦਾ ਦੁੱਧ ਦਾ ਖਰਚਾ ਬਚਿਆ ਤੇ ਉਹਦੀ ਰੋਟੀ ਦੀ ਫਿਕਰ ਹੋਈ। ਜਮੀਲ ਨੂੰ ਰੋਟੀ ਵੀ ਇੰਜ ਲੱਭੀ ਪਈ ਕਦੀ ਖਾ ਲਈ ਤੇ ਕਦੀ ਰੋਟੀ ਕਰਦਾ ਸੌਂ ਗਿਆ। ਜਮੀਲ ਦੀ ਮਾਂ ਨੂੰ ਜਮੀਲ ਤੋਂ ਅੱਡ ਆਪਣੀ ਧੀ ਦੇ ਵਿਆਹ ਦੀਆਂ ਹੀ ਸੋਚਾਂ ਸਨ। ਉਹ ਹਰ ਵੇਲੇ ਆਪਣੀ ਵੱਡੀ ਹੁੰਦੀ ਹੋਈ ਧੀ ਨੂੰ ਤੱਕਦੀ ਤੇ ਹੋਕੇ ਭਰਦੀ ਸੀ ਜਿਹਦੀ ਉਮਰ ਲੰਘਦੀ ਜਾ ਰਹੀ ਸੀ। ਚਿਹਰਾ ਮੁਰਝਾ ਰਿਹਾ ਸੀ
ਪਰ ਉਹ ਇਹ ਵੀ ਸੋਚਦੀ ਸੀ ਭਈ ਜੇਕਰ ਧੀ ਨੂੰ ਡੋਲੀ ਚੜਾ ਹੀ ਦਿੱਤਾ ਤੇ ਫਿਰ ਘਰ ਦਾ ਖਰਚਾ ਕਿਵੇਂ ਚੱਲੇਗਾ, ਕਿਉਂ ਜੇ ਧੀ ਵੀ ਘਰ ਦੇ ਖਰਚੇ ਵਿੱਚ ਹੱਥ ਵਟਾਉਂਦੀ ਸੀ। ਦੂਜੇ ਪਾਸੇ ਮਾਂ ਇਹ ਵੀ ਸੋਚਦੀ ਸੀ ਭਈ ਧੀ ਨੂੰ ਵਿਆਹਣ ਲਈ ਦਾਜ ਕਿੱਥੋਂ ਆਵੇਗਾ, ਕਿਉਂ ਜੇ ਦਾਜ ਬਾਝੋਂ ਧੀ ਦੂਜੇ ਘਰ ਸੁਖੀ ਨਹੀਂ ਸੀ ਰਹਿ ਸਕਦੀ ਹੈ। ਇਸ ਲਈ ਉਹ ਆਪਣੀ ਧੀ ਨੂੰ ਡੋਲੀ ਪਾਵਨ ਦੀ ਸੋਚ ਦਾ ਮੂੰਹ ਕਈ ਵਾਰੀ ਬੰਦ ਕਰ ਚੁੱਕੀ ਸੀ। ਵੇਲਾ ਲੰਘਦਾ ਰਿਹਾ, ਵੇਲੇ ਨੇ ਲੰਘਣਾ ਹੀ ਸੀ। ਜਮੀਲ 7 ਵਰਿਆਂ ਦਾ ਹੋ ਗਿਆ। ਜਮੀਲ ਨੂੰ ਪੜ੍ਹਾਉਣ ਦੀ ਤੌਫੀਕ ਤੇ ਜਮੀਲ ਦੇ ਮਾਂ-ਪਿਓ ਕੋਲ ਕੋਈ ਨਹੀਂ ਸੀ, ਕਿਉਂ ਜੇ ਜਮੀਲ ਦੀ ਰੋਟੀ ਪਾਣੀ ਦਾ ਖਰਚਾ ਹੀ ਬੜੀ ਮੁਸ਼ਕਲ ਚੁੱਕ ਰਹੇ ਸਨ। ਫੈਸਲਾ ਇਹ ਹੋਇਆ ਕਿ ਜਮੀਲ ਨੂੰ ਪੜ੍ਹਾਉਣ ਦੀ ਬਜਾਏ ਕਿਸੇ ਵਰਕਸ਼ਾਪ ਵਿੱਚ ਸ਼ਾਗਿਰਦ ਪਾ ਦਿੱਤਾ ਜਾਵੇ, ਕਿਉਂ ਜੇ ਜਮੀਲ ਕੰਮ ਸਿੱਖਣ ਦੇ ਨਾਲ-ਨਾਲ ਆਪਣੀ ਰੋਟੀ ਆਪੋਂ ਕਮਾ ਲਵੇਗਾ। ਜਮੀਲ ਦਾ ਵੱਡਾ ਭਰਾ ਆਪੋਂ ਤੇ ਆਵਾਰਾ ਫਿਰਨ ਤੋਂ ਅੱਡ ਹੋਰ ਕੁਝ ਨਹੀਂ ਸੀ ਕਰ ਸਕਦਾ, ਪਰ ਉਸ ਦਾ ਇੱਕ ਬੇਲੀ ਸੀ ਜਿਹੜਾ ਉਹਦੇ ਵਾਂਗੂ ਐਕਟਰ ਬਣਨ ਦਾ ਸ਼ੌਕ ਤੇ ਰੱਖਦਾ ਸੀ, ਪਰ ਨਾਲ-ਨਾਲ ਆਪਣੇ ਖਰਚੇ ਪਾਣੀ ਲਈ ਇੱਕ ਵਰਕਸ਼ਾਪ ਵਿੱਚ ਕੰਮ ਵੀ ਕਰਦਾ ਸੀ। ਉਹ ਵਰਕਸ਼ਾਪ ਵਿੱਚ ਮਕੈਨਿਕ ਸੀ, ਗੱਡੀਆਂ ਦੀਆਂ ਖਰਾਬੀਆਂ ਲੱਭਦਾ ਤੇ ਠੀਕ ਕਰਦਾ ਸੀ। ਉਹਨੇ ਇਹ ਕੰਮ ਐਸੇ ਹੀ ਵਰਕਸ਼ਾਪ ਵਿੱਚੋਂ ਸਿੱਖਿਆ ਸੀ। ਜਮੀਲ ਦਾ ਭਰਾ ਜਮੀਲ ਨੂੰ ਇੱਕ ਦਿਨ ਇਸ ਵਰਕਸ਼ਾਪ ਵਿੱਚ ਛੱਡਣ ਲਈ ਲਿਆਇਆ ਤੇ ਆਪਣੇ ਯਾਰ ਨੂੰ ਆਖਣ ਲੱਗਾ ਪਈ, ਇਹ ਮੇਰਾ ਨਿੱਕਾ ਭਰਾ ਏ ਤੇ ਇਹਨੂੰ ਇੱਥੇ ਕੰਮ ਸਿੱਖਣ ਲਈ ਲਿਆਇਆ ਵਾਂ। ਇਹਨੂੰ ਚੰਗੀ ਤਰ੍ਹਾਂ ਕੰਮ ਸਿਖਾਣਾ ਏ ਤਾਂ ਜੇ ਇਹ ਆਪਣੇ ਜੋਗਾ ਵੀ ਹੋਵੇ ਤੇ ਨਾਲ ਘਰ ਜੋਗਾ ਵੀ, ਤੇ ਇਹ ਸਾਰੀ ਤੇਰੀ ਜ਼ਿੰਮੇਵਾਰੀ ਏ। ਇਸ ਵਰਕਸ਼ਾਪ ਵਿੱਚ ਕਿੰਨੇ ਹੀ ਬੰਦੇ ਤੇ ਮੁੰਡੇ ਕੰਮ ਕਰਦੇ ਸਨ। ਇਹ ਇੱਕ ਵੱਡੀ ਵਰਕਸ਼ਾਪ ਸੀ। ਇਹਦੇ ਵਿੱਚ ਗੱਡੀਆਂ ਦਾ ਹਰ ਕਿਸਮ ਦਾ ਕੰਮ ਹੁੰਦਾ ਸੀ। ਗੱਡੀ ਖਰਾਬ ਹੋ ਜਾਏ, ਗੱਡੀ ਕਿਧਰੇ ਵੱਜ ਜਾਵੇ, ਗੱਡੀ ਨੂੰ ਨਵਾਂ ਰੰਗ ਕਰਵਾਉਣਾ ਹੋਵੇ, ਗੱਡੀ ਦੀਆਂ ਸੀਟਾਂ ਉੱਤੇ ਕੱਪੜਾ ਚੜਾਉਣਾ ਹੋਵੇ, ਹਰ ਉਹ ਕੰਮ ਜਿਹੜਾ ਕਿਸੇ ਗੱਡੀ ਨਾਲ ਹੋ ਸਕਦਾ ਸੀ ਜਾਂ ਫਿਰ ਜਿਹੜਾ ਕਿਸੇ ਵੀ ਗੱਡੀ ਦੀ ਲੋੜ ਸੀ, ਉਹ ਇਸ ਵਰਕਸ਼ਾਪ ਵਿੱਚ ਹੁੰਦਾ ਸੀ। ਵਰਕਸ਼ਾਪ ਕੀ ਸੀ? ਪੂਰੀ ਮੰਡੀ ਸੀ ਗੱਡੀਆਂ ਦੀ। ਇੱਥੇ ਗੱਡੀਆਂ ਦਾ ਕੰਮ ਤੇ ਹੁੰਦਾ ਹੀ ਸੀ, ਗੱਡੀਆਂ ਦੇ ਪੁਰਜ਼ੇ ਤੇ ਨਾਲੇ ਉਹਨਾਂ ਦੇ ਪਾਰਟਸ ਵੀ ਲੱਭ ਜਾਂਦੇ ਸਨ। ਜਮੀਲ ਵਰਕਸ਼ਾਪ ਵਿੱਚ ਕੀ ਆਇਆ? ਉਹ ਵਿਚਾਰਾ ਉਸ ਦਿਹਾੜੇ ਤੋਂ ਹੀ ਜਮੀਲ ਨਾ ਰਿਹਾ ਤੇ ਛੋਟਾ ਬਣ ਗਿਆ ਸੀ। ਕਦੀ ਇਧਰੋਂ ਆਵਾਜ਼, ਕਦੀ ਉਧਰੋਂ ਆਵਾਜ਼, ਸਵੇਰ ਤੋਂ ਸ਼ਾਮ ਤੀਕ ਨੱਸਦਾ ਭੱਜਦਾ। ਇਹ ਛੋਟਾ ਆਪਣਾ ਰੱਖਿਆ ਅਸਲੀ ਨਾਂ ਭੁੱਲ ਗਿਆ ਸੀ, ਪਰ ਛੋਟਾ ਯਾਦ ਰੱਖ ਲਿਆ ਸੀ। ਹਯਾਤੀ ਦੇ ਦਿਹਾੜੇ ਲੰਘਣ ਲੱਗ ਪਏ। ਛੋਟਾ ਨੱਸਦਾ ਭੱਜਦਾ ਵਰਕਸ਼ਾਪ ਵਿੱਚ ਕੰਮ ਸਿੱਖਦਾ ਰਿਹਾ। ਵੇਲਾ ਲੰਘਦਾ ਰਿਹਾ, ਵੇਲੇ ਨੇ ਲੰਘਣਾ ਹੀ ਸੀ। ਕਰਨਾ ਰੱਬ ਦਾ ਇਹ ਹੋਇਆ ਕਿ ਥੋੜੇ ਦਿਨ ਪਹਿਲੋਂ ਇਸ ਵਰਕਸ਼ਾਪ ਦੇ ਲਾਗੇ ਇੱਕ ਸਰਕਾਰੀ ਸਕੂਲ ਬਣਿਆ। ਇਹ ਸਕੂਲ ਇੱਥੇ ਨਵਾਂ ਨਹੀਂ ਸੀ ਬਣਿਆ, ਬਲਕਿ ਇੱਕ ਦੂਜੇ ਮਹੱਲੇ ਵਿੱਚੋਂ ਇਸ ਇਲਾਕੇ ਵਿੱਚ ਮੁੰਤਕਿਲ ਹੋਇਆ ਸੀ, ਕਿਉਂ ਜੇ ਉਹ ਇਮਾਰਤ ਡਾਢੀ ਕਮਜ਼ੋਰ ਹੋ ਗਈ ਸੀ ਜਿਹਦੇ ਵਿੱਚ ਪਹਿਲੋਂ ਇਹ ਸਕੂਲ ਚੱਲਦਾ ਪਿਆ ਸੀ ਤੇ ਕਿਸੇ ਵੀ ਵੇਲੇ ਉਹਦੀ ਛੱਤ ਡਿੱਗ ਸਕਦੀ ਸੀ। ਸਕੂਲ ਖੁੱਲਣ ਮਗਰੋਂ ਬੱਚਿਆਂ ਦਾ ਆਉਣ ਜਾਣ ਇਸ ਵਰਕਸ਼ਾਪ ਦੇ ਅੱਗੋਂ ਹੀ ਹੋ ਗਿਆ ਸੀ। ਛੋਟਾ ਆਪਣੇ ਕੰਮ ਵਿੱਚ ਮਗਨ ਆਪਣੇ ਦਿਨ ਲੰਘਾ ਰਿਹਾ ਸੀ। ਉਹਨੂੰ ਕੀ ਲੱਗੇ ਸਕੂਲ ਕਿਉਂ ਇੱਥੇ ਆਇਆ ਤੇ ਸਕੂਲ ਹੁੰਦਾ ਕੀ? ਜਨਵਰੀ ਦੀ 31 ਤਾਰੀਖ ਸੀ। ਸਵੇਰੇ ਬੜੀ ਧੁੰਦ ਪਈ ਹੋਈ ਸੀ। ਹਜੇ ਸਵੇਰ ਦੇ 7 ਹੀ ਵਜੇ ਸਨ। ਜਮੀਲ ਨੂੰ ਉਹਦੀ ਮਾਂ ਨੇ ਜਗਾਇਆ ਤੇ ਕੰਮ ਤੇ ਘੱਲਿਆ। ਜਮੀਲ ਵਰਕਸ਼ਾਪ ਆਇਆ ਤੇ ਹੌਲੀ-ਹੌਲੀ ਦੂਜੇ ਮੁੰਡੇ, ਬੱਚੇ ਤੇ ਮਿਸਤਰੀ ਵੀ ਆਉਂਦੇ ਰਹੇ। ਵਰਕਸ਼ਾਪ ਦਾ ਕੰਮ ਪੂਰੇ ਜ਼ੋਰ ਨਾਲ ਸ਼ੁਰੂ ਹੋ ਗਿਆ। ਸੂਰਜ ਹਾਲਾਂ ਪੂਰੀ ਤਰ੍ਹਾਂ ਉਤਾਂ ਵੀ ਨਹੀਂ ਸੀ ਹੋਇਆ। ਧੁੰਦ ਦੀ ਵਜ੍ਹਾ ਨਾਲ ਕੁਝ ਸਾਫ਼ ਨਜ਼ਰ ਵੀ ਨਹੀਂ ਸੀ ਆ ਰਿਹਾ। ਸਰਦੀ ਆਪਣੇ ਪੂਰੇ ਜੋਬਨ ਦੱਸ ਰਹੀ ਸੀ ਤੇ ਸਰਦੀ ਨਾਲ ਠਰਦਾ ਛੋਟਾ ਆਪਣੇ ਕੰਮ ਵਿੱਚ ਮਸਰੂਫ ਕਦੀ ਇੱਧਰ ਤੇ ਕਦੀ ਉੱਧਰ ਜਾ ਰਿਹਾ ਸੀ। ਉਹਦੇ ਕੰਨਾਂ ਵਿੱਚ ਆਵਾਜ਼ ਪਈ, ਅੱਧੀ ਛੁੱਟੀ ਸਾਰੀ ਮੀਆਂ ਮੱਖੀ ਮਾਰੀ, ਮੀਆਂ ਗਿਆ ਦਿੱਲੀ ਉਥੋਂ ਲਿਆਂਦੀ ਬਿੱਲੀ, ਬਿੱਲੀ ਦਿੱਤੇ ਬੱਚੇ ਅੱਲਾ ਮੀਆਂ ਸੱਚੇ। ਅੱਜ ਮਹੀਨੇ ਦੀ ਅਖੀਰੀ ਤਾਰੀਖ ਸੀ ਤੇ ਸਕੂਲ ਵਾਲੇ ਮਹੀਨੇ ਦੀ ਅਖੀਰੀ ਤਾਰੀਖ ਨੂੰ ਅੱਧੀ ਛੁੱਟੀ ਸਾਰੀ ਦੇ ਦਿੰਦੇ ਸਨ। ਉਹਨਾਂ ਨੇ ਅਗਲਾ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਨਵੇਂ ਰਜਿਸਟਰ ਬਣਾਉਣੇ ਹੁੰਦੇ ਸਨ ਤੇ ਨਾਲੇ ਹੋਰ ਵੀ ਕਈ ਕੰਮ ਕਰਨੇ ਹੁੰਦੇ ਸਨ ਜਿਨ੍ਹਾਂ ਦੀ ਲੋੜ ਸਾਰੇ ਮਹੀਨੇ ਵਿੱਚ ਪੈਂਦੀ ਸੀ। ਅਖੀਰੀ ਤਾਰੀਖ ਨੂੰ ਇੱਕ ਮੀਟਿੰਗ ਰਾਹੀਂ ਕਈ ਮੁਸ਼ਕਲਾਂ ਤੇ ਕਈ ਬਾਤਾਂ ਨੂੰ ਗੱਲਬਾਤ ਦੇ ਨਾਲ ਹੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਸੀ। ਇਸ ਲਈ ਉਹ ਸਕੂਲੀ ਬਾਲਾਂ ਨੂੰ ਛੇਤੀ ਘਰਾਂ ਨੂੰ ਕੱਲ ਦਿੰਦੇ ਸਨ। ਸਕੂਲ ਵਾਲਿਆਂ ਅੱਜ ਅੱਧੀ ਛੁੱਟੀ ਸਾਰੀ ਦੇ ਦਿੱਤੀ ਸੀ। ਬਾਲ ਚਾਈਂ-ਚਾਈਂ ਖੁਸ਼ੀ ਨਾਲ ਗਾਉਂਦੇ ਜਾ ਰਹੇ ਸਨ, ਜਿਵੇਂ ਉਹਨਾਂ ਨੂੰ ਅੱਧੀ ਛੁੱਟੀ ਸਾਰੀ ਨਹੀਂ ਕੋਈ ਛੁਪਿਆ ਖਜ਼ਾਨਾ ਲੱਭ ਗਿਆ ਹੋਵੇ। ਛੋਟਾ ਆਪਣੇ ਸਾਰੇ ਕੰਮ ਛੱਡ ਕੇ ਬਾਹਰ ਲੰਘਦੇ ਹੋਏ ਸਕੂਲੀ ਬਾਲਾਂ ਨੂੰ ਤੱਕਣ ਲੱਗ ਪਿਆ। ਉਹਨੇ ਕਦੀ ਇਹ ਆਵਾਜ਼ ਨਹੀਂ ਸੀ ਸੁਣੀ।
ਇਹ ਓਪਰੀ ਆਵਾਜ਼ ਚੰਗੀ ਲੱਗੀ। ਆਪਣੇ ਮੂੰਹ ਵਿੱਚ ਇਹ ਗਾਵਨ ਲੱਗ ਪਿਆ ਤੇ ਹੋਰੇ ਕਿੱਥੇ ਦਾ ਕਿੱਥੇ ਅਪੜ ਗਿਆ। ਅੱਧੀ ਛੁੱਟੀ ਸਾਰੀ ਮੀਆਂ ਮੱਖੀ ਮਾਰੀ, ਮੀਆਂ ਗਿਆ ਦਿੱਲੀ, ਉਥੋਂ ਲਿਆਂਦੀ ਬਿੱਲੀ, ਬਿੱਲੀ ਦਿੱਤੇ ਬੱਚੇ, ਅੱਲਾ ਮੀਆਂ ਸੱਚੇ। ਛੋਟੇ ਓ ਛੋਟੇ ਕਿੱਥੇ ਮਰ ਗਿਆ? ਇਹ ਜ਼ਰਾ ਰਸ਼ੀਦ ਛੋਟੇ ਨੂੰ ਤੇ ਵੇਖੀ। ਛੋਟੇ ਓ ਛੋਟੇ, ਛੋਟੇ ਕਿੱਥੇ ਤੱਕ ਰਿਹਾ ਹੈ? ਤੇਰਾ ਧਿਆਨ ਕਿੱਥੇ ਵੇ? ਉਧਰ ਲਿਆਇਆ ਪਾਣਾ, ਹਾਲਾਂ ਤੇ ਬੜਾ ਕੰਮ ਖਿਲਰਿਆ ਹੋਇਆ ਏ। ਛੋਟੇ ਓ ਛੋਟੇ। ਛੋਟੇ ਨੂੰ ਇੱਕਦਮ ਹੋਸ਼ ਆਇਆ ਤੇ ਉਹ ਨੱਸ ਕੇ ਆਪਣੇ ਉਸਤਾਦ ਕੋਲ ਜਾ ਪੜਿਆ। ਐਲੋ ਉਸਤਾਦ ਜੀ ਪਾਣਾ।